So, students, today we are going to begin with another application of biotechnology in the field of medicine, right? So, topic is molecular diagnosis, right? ਬੇਟਾ ਕਿਸੇ ਵੀ ਡਿਜ਼ੀਜ਼ ਦਾ ਅਗਰ ਟ੍ਰੀਟਮੈਂਟ ਕਰਨਾ ਹੈ ਤਾਂ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਹੈ? ਅਸੀਂ ਉਹ ਡਿਜ਼ੀਜ਼ ਨੂੰ ਫਾਈਂਡ ਆਊਟ ਕਰਨਾ, ਦੈਟ ਇਜ਼ ਡਾਇਗਨੋਸ ਕਰਨਾ, ਰਾਈਟ? ਸੋ ਡਿਜ਼ੀਜ਼ ਨੂੰ ਡਾਇਗਨੋਸ ਕਰਨਾ ਟ੍ਰੀਟਮੈਂਟ ਤੋਂ ਵੀ ਇੰਪੋਰਟੈਂਟ ਹੈ। ਵਾਈ? ਬਿਕੋਜ਼ ਅਗਰ ਡਿਜ਼ੀਜ਼ ਹੀ ਫਾਈਂਡ ਆਊਟ ਨਹੀਂ ਹੋਏਗੀ ਤਾਂ ਟ੍ਰੀਟਮੈਂਟ ਕਿੱਦਾਂ ਹੋਏਗਾ, ਰਾਈਟ? ਸੋ ਫॉर दैट ਮਤਲਬ ਕਿ ਡਾਇਗਨੋਸਿਸ ਨੂੰ ਅਸੀਂ ਕਿਵੇਂ ਐਪਰੋਪਰੀਏਟਲੀ ਡਾਕਟਰਸ ਕਰਦੇ ਨੇ ਕਿ ਕਿਵੇਂ ਪਤਾ ਲੱਗਦਾ ਕਿ ਐਗਜ਼ੈਕਟਲੀ ਕਿਹੜੀ ਡਿਜ਼ੀਜ਼ ਹੈ ਜਾਂ ਉਹਦੇ ਪਿੱਛੇ ਕਿਹੜਾ ਮਾਈਕਰੋ ਆਰਗੈਨਿਜ਼ਮ ਹੈ, ਲਾਈਕ ਕੋਈ ਬੈਕਟੀਰੀਅਲ ਹੈ, ਕੋਈ ਵਾਇਰਲ ਡਿਜ਼ੀਜ਼ ਹੈ, ਕੋਈ ਵਟ ਐਵਰ ਜਿਹੜੀ ਵੀ ਡਿਜ਼ੀਜ਼ ਹੋਏਗੀ ਉਹਨੂੰ ਫਾਈਂਡ ਆਊਟ ਕਰਨਾ ਇਜ਼ ਇੰਪੋਰਟੈਂਟ, ਰਾਈਟ? ਸੋ ਡਾਇਗਨੋਸਿਸ ਕਰਨ ਦੇ ਬੇਟਾ ਬੇਸਿਕਲੀ ਦੋ ਮੈਥਡਸ ਹੁੰਦੇ। ਇੱਕ ਤਾਂ ਪਹਿਲਾ ਕਨਵੈਨਸ਼ਨਲ ਟ੍ਰੈਡੀਸ਼ਨਲ ਮੈਥਡ, ਅਦਰ ਇਜ਼ ਮੋਲੈਕੂਲਰ ਔਰ ਮੋਡਰਨ ਮੈਥਡ। ਬੇਟਾ ਜਿਹੜਾ ਕਨਵੈਨਸ਼ਨਲ ਔਰ ਟ੍ਰੈਡੀਸ਼ਨਲ ਮੈਥਡ ਹੈ, ਜਿਵੇਂ ਨੋਰਮਲੀ ਬਲੱਡ ਟੈਸਟ ਕਰਦੇ, ਬਲੱਡ ਦੇ ਸੀਰਮ 'ਚੋਂ ਟੈਸਟ ਕਰਦੇ। ਸੀਰਮ ਇਜ਼ ਬਲੱਡ ਪਲਾਜ਼ਮਾ ਜਿਹਦੇ ਵਿੱਚੋਂ ਕਲੌਟਿੰਗ ਪ੍ਰੋਟੀਨਸ ਰਿਮੂਵ ਕੀਤੇ ਹੁੰਦੇ ਆ, ਰਾਈਟ? ਮੀਨਸ ਸੀਰਮ ਇਜ਼ ਦ ਪਾਰਟ ਆਫ ਦ ਬਲੱਡ ਓਨਲੀ। ਬਲੱਡ ਸੀਰਮ ਦਾ ਟੈਸਟ ਕਰ ਲੈਂਦੇ ਆ, ਯੂਰਿਨ ਐਨਾਲਿਸਿਸ ਕਰ ਲੈਂਦੇ ਆ। ਉਹਦੇ ਨਾਲ ਯੂਰਿਨ ਜਾਂ ਬਲੱਡ ਦੇ ਵਿੱਚ ਅਗਰ ਕੋਈ ਉਹਨਾਂ ਨੂੰ ਮਾਈਕਰੋਬ ਜਾਂ ਐਂਟੀਬੋਡੀਜ਼ ਜਾਂ ਕੁਛ ਵੀ ਮਿਲਦੇ ਨੇ ਤਾਂ ਉਹ ਤੋਂ ਪਤਾ ਲਗਾਉਂਦੇ ਨੇ ਕਿ ਕੀ ਕਿਹੜੀ ਸਾਡੇ ਕੋਲ ਡਿਜ਼ੀਜ਼ ਹੈ। ਬਟ ਕਨਵੈਨਸ਼ਨਲ ਅਤੇ ਟ੍ਰੈਡੀਸ਼ਨਲ ਮੈਥਡ ਉਨੇ ਜ਼ਿਆਦਾ ਐਪਰੋਪਰੀਏਟ ਨਹੀਂ ਹੈ ਜਿੰਨੇ ਮੋਲੈਕੂਲਰ 'ਤੇ, ਕਿਉਂਕਿ ਕਈ ਇਹੋ ਜਿਹੀਆਂ ਡਿਜ਼ੀਜ਼ਸ ਨੇ ਜਿਵੇਂ ਹੁਣ ਪੜ੍ਹਾਂਗੇ ਜਿੰਦਾ ਟੈਸਟਿੰਗ ਕਰਨੀ ਨਾਰਮਲ ਬਲੱਡ ਅਤੇ ਯੂਰਿਨ ਸੈਂਪਲ ਤੋਂ ਡਿਫੀਕਲਟ ਹੈ, ਠੀਕ ਹੈ? ਸੋ ਮੋਲੈਕੂਲਰ ਔਰ ਮਾਡਰਨ ਡਾਇਗਨੋਸਿਸ ਦੇ ਵਿੱਚ ਅਸੀਂ ਕੋਈ ਵੀ ਡਿਜ਼ੀਜ਼ ਨੂੰ ਅਰਲੀ ਡਿਟੈਕਟ ਕਰ ਸਕਦੇ ਹਾਂ। ਕਨਵੈਨਸ਼ਨਲ ਅਤੇ ਟ੍ਰੈਡੀਸ਼ਨਲ ਮੈਥਡ 'ਚ ਅਰਲੀ ਡਿਟੈਕਸ਼ਨ ਡਿਫੀਕਲਟ ਹੈ, ਜਦ ਕਿ ਮੋਲੈਕੂਲਰ ਅਤੇ ਮਾਡਰਨ ਡਿਟੈਕਸ਼ਨ ਮੀਨ ਡਿਜ਼ੀਜ਼ ਦੀ ਹਜੇ ਸ਼ੁਰੂਆਤ ਹੋਈ, ਕਿਉਂਕਿ ਕਈ ਬੇਟਾ ਇਹੋ ਜਿਹੀਆਂ ਡਿਜ਼ੀਜ਼ਜ਼ ਹੈ ਅਗਰ ਉਹਨੂੰ ਸ਼ੁਰੂ ਵਾਲੇ ਟਾਈਮ 'ਚ ਨਾ ਪਕੜਿਆ ਜਾਵੇ, ਅਰਲੀਅਰ ਟਾਈਮ ਦੇ ਵਿੱਚ ਨਾ ਪਕੜਿਆ ਜਾਵੇ ਤਾਂ ਡਿਜ਼ੀਜ਼ ਲੇਟਰ ਔਨ ਫੈਟਲ ਵੀ ਸਾਬਿਤ ਹੋ ਸਕਦੀ ਹੈ। ਸੋ ਇਟਸ ਬੈਟਰ ਟੂ ਡਿਟੈਕਟ ਦੈਟ ਡਿਜ਼ੀਜ਼ ਅਰਲੀ ਵਿਦ ਦ ਹੈਲਪ ਆਫ ਮੋਲੈਕੂਲਰ ਔਰ ਮਾਡਰਨ ਮੈਥਡਸ, ਜਿਹਦੇ ਵਿੱਚ RDNA ਟੈਕਨੋਲੋਜੀ ਦੀ ਮੇਨ ਪ੍ਰਿੰਸੀਪਲ ਚੱਲੇਗਾ। ਆਪਾਂ ਡਿਸਕਸ ਕਰਾਂਗੇ PCR, polymerase chain reaction, which we have already discussed in detail in last chapter, that is biotechnology principles, right? Principles of biotechnology. Then we have ELISA. ELISA we will discuss here today, right, in detail. So polymerase chain reaction, which the methodology of which we have already discussed in the last chapter. Actually ਬੇਟੇ ਹੁੰਦਾ ਕੀ ਹੈ PCR ਦੇ ਵਿੱਚ, ਕੋਈ ਵੀ ਸਪੋਜ਼ ਸਾਨੂੰ ਕੋਈ ਡਾਕਟਰਸ ਨੂੰ ਕਿਸੇ ਡਿਜ਼ੀਜ਼ ਦਾ ਕੋਈ ਡਾਊਟ ਹੈ, ਠੀਕ ਹੈ, ਕਿ ਇਹ ਸਪੋਜ਼ ਕੋਈ ਪਰਟੀਕੂਲਰ ਡਿਜ਼ੀਜ਼ ਹੋ ਚੁੱਕੀ ਹੈ ਕਿਸੇ ਹਿਊਮਨ ਬੀਇੰਗ ਨੂੰ ਔਰ ਮੇ ਬੀ ਉਹ ਕਿਸੇ ਬੈਕਟੀਰੀਆ ਜਾਂ ਵਾਇਰਸ ਕਰਕੇ ਹੋ ਸਕਦੀ ਹੈ, ਠੀਕ ਹੈ? ਤਾਂ ਹੁੰਦਾ ਕੀ ਹੈ ਕੋਈ ਵੀ ਡਿਜ਼ੀਜ਼ ਦਾ ਜਦੋਂ ਸਾਡੀ ਬੋਡੀ ਦੇ ਵਿੱਚ ਕੋਈ ਬੈਕਟੀਰੀਆ ਜਾਂ ਵਾਇਰਲ ਕੋਈ ਡਿਜ਼ੀਜ਼ ਹੈ ਤਾਂ ਉਹ ਬੈਕਟੀਰੀਆ ਵਾਇਰਸ ਸਾਡੀ ਬੋਡੀ ਦੇ ਵਿੱਚ ਡਿਵਾਈਡ ਕਰਕੇ ਜਦੋਂ ਉਹਨਾਂ ਦੀ ਡਿਵੀਜ਼ਨ ਸਟਾਰਟ ਹੋ ਜਾਂਦੀ ਨਾ ਅੰਦਰ ਜਾ ਕੇ ਬੇਟਾ, ਮਤਲਬ ਉਹਨਾਂ ਦਾ ਨੰਬਰ ਵੱਧ ਜਾਂਦਾ ਤਾਂ ਸਿੰਪਟਮਸ ਆਉਣੇ ਸ਼ੁਰੂ ਹੋ ਜਾਂਦੇ। ਸਾਡੀ ਬੋਡੀ 'ਚ ਕੋਈ ਨਾ ਕੋਈ ਸਿੰਪਟਮ ਆਉਂਦਾ ਤਾਂ ਡਾਕਟਰ ਨੂੰ ਡਾਊਟ ਹੁੰਦਾ ਕਿ ਲਾਈਕ ਦਿਸ ਮੇ ਬੀ ਦ ਕੇਸ ਕਿ ਆਹ ਡਿਜ਼ੀਜ਼ ਹੋ ਸਕਦੀ ਹੈ, ਆਹ ਡਿਜ਼ੀਜ਼ ਹੋ ਸਕਦੀ ਹੈ। ਸੋ ਡਾਕਟਰਸ ਜਿਹੜੇ ਨੇ ਉਹ ਅਰਲੀ ਜਿਹੜੇ ਸਿੰਪਟਮਸ ਆ ਜਾਂਦੇ ਨੇ ਉਹਨਾਂ ਦੇ ਬੇਸਿਸ 'ਤੇ ਫਿਰ ਉਹ ਟੈਸਟ ਕਰਵਾਉਂਦੇ ਆ, ਠੀਕ ਹੈ? ਹੁਣ ਬੇਟਾ ਇੱਕ ਗੱਲ ਤਾਂ ਹੈ ਕਿ ਜਦੋਂ ਬੋਡੀ ਦੇ ਵਿੱਚ ਅਗਰ ਤਾਂ ਅਸੀਂ ਸਿੰਪਟਮਸ ਆਉਣ ਦੀ ਵੇਟ ਕਰ ਲੈਂਦੇ ਹਾਂ ਬਹੁਤ ਜ਼ਿਆਦਾ ਵੀ ਹਾਂ ਹੋਰ ਵੇਟ ਕਰ ਲਈਏ ਕਿ ਪਤਾ ਠੀਕ ਹੋ ਜਾਈਏ ਵਟ ਐਵਰ, ਤਾਂ ਬਾਏ ਦੈਟ ਟਾਈਮ ਬੈਕਟੀਰੀਆ ਅਤੇ ਵਾਇਰਸ ਦੀ ਕੰਸਨਟ੍ਰੇਸ਼ਨ ਆਲਰੇਡੀ ਰਾਈਜ਼ ਕਰ ਚੁੱਕੀ ਹੁੰਦੀ ਬੋਡੀ 'ਚ, ਠੀਕ ਹੈ? ਮਤਲਬ ਕਹਿਣ ਦਾ ਮਤਲਬ ਇਹ ਹੈ ਜਿੱਦਾਂ ਹੀ ਸਾਨੂੰ ਹਲਕੇ ਫੁਲਕੇ ਸਿੰਪਟਮਸ ਵੀ ਆਉਂਦੇ ਨੇ, ਕੋਈ ਫੀਵਰ ਹੈ, ਕੋਈ ਰੈਡਨੈਸ ਹੈ, ਕੋਈ ਵੀ ਸਿੰਪਟਮ ਹੈ, ਤਾਂ ਡਾਕਟਰ ਪਹਿਲਾਂ ਹੀ ਫਸਟ ਸਟੇਜ 'ਤੇ ਹੀ ਟੈਸਟ ਕਰਵਾ ਲੈਂਦੇ ਆ। ਸੋ PCR ਦੇ ਵਿੱਚ ਬੇਸਿਕਲੀ ਹੁੰਦਾ ਕੀ ਹੈ? PCR 'ਚ ਬੇਟਾ ਬੇਸਿਕਲੀ ਹੁੰਦਾ ਕੀ ਹੈ? PCR ਦਾ ਪ੍ਰਿੰਸੀਪਲ ਅਸੀਂ ਪਿਛਲੇ ਲਾਸਟ ਚੈਪਟਰ 'ਚ ਪੜ੍ਹ ਕੇ ਆਏ ਹਾਂ। ਉਹਦੇ 'ਚ ਅਸੀਂ ਕਰਾਂਗੇ ਕਿ ਐਂਪਲੀਫਿਕੇਸ਼ਨ, ਜਿਹੜਾ DNA ਹੈ ਉਹਦੀ ਕਾਪੀਜ਼ ਬਣਦੀਆਂ ਨੇ, ਨਿਊ ਜੈਨੇਟਿਕ ਮਟੀਰੀਅਲ ਦੀਆਂ ਕਾਪੀਜ਼ ਬਣਦੀਆਂ ਨੇ ਵਿਦ ਦ ਹੈਲਪ ਆਫ ਦਿਸ PCR। ਇਫ ਯੂ ਰਿਮੈਂਬਰ ਦੇਅਰ ਵਰ 3 ਸਟੈਪਸ ਆਫ PCR, ਦੈਟ ਇਜ਼ ਰੀਨੈਚੁਰੇਸ਼ਨ, ਅਨੀਲਿੰਗ ਐਂਡ ਐਕਸਟੈਂਸ਼ਨ, ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ, ਠੀਕ ਹੈ ਜੀ? PCR ਦੀ ਮਦਦ ਦੇ ਨਾਲ ਐਂਪਲੀਫਿਕੇਸ਼ਨ, ਜਿਹੜਾ ਉਹ ਜੈਨੇਟਿਕ ਮਟੀਰੀਅਲ ਹੈ ਚਾਹੇ ਥੋੜ੍ਹਾ ਹੈ, ਉਹਦੀ ਐਂਪਲੀਫਿਕੇਸ਼ਨ ਕਰਕੇ ਉਹਦੀ ਨੰਬਰ ਆਫ ਕਾਪੀਜ਼ ਬਣਾਈਆਂ ਜਾਂਦੀਆਂ। ਤਾਂ ਡਾਕਟਰਸ ਇਸ ਚੀਜ਼ ਦੀ ਵੇਟ ਨਹੀਂ ਕਰਦੇ
कि होर सिम्पटम्स आण ਦਾ ਮਤਲਬ ਹੈ ਕਿ ਬੈਕਟੀਰੀਆ ਤੇ ਵਾਇਰਸ ਦੀ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਵੱਧ ਜਾਏਗੀ। ਸੋ ਅਰਲੀ ਲੋ ਕੰਸਨਟ੍ਰੇਸ਼ਨ ਵਾਲੀ ਸਟੇਜ 'ਤੇ ਹੀ ਟੈਸਟ ਕਰਾ ਲਿਆ ਜਾਂਦਾ ਹੈ। ਸੋ PCR ਕੀ ਕਰਦਾ, ਉਹਦੀ ਜਿਹੜੀਆਂ ਜੈਨੇਟਿਕ ਮਟੀਰੀਅਲ ਹੈ ਉਹਦੀ ਕਾਪੀਜ਼ ਬਣਾ ਦਿੰਦਾ, ਤਾਂ ਵੱਧ ਜਾਂਦਾ ਨਾ, ਅਸੀਂ ਲੈਬ ਦੇ ਵਿੱਚ ਉਹਦੀ ਕਾਪੀਜ਼ ਬਣਾ ਤਾਂ ਉਹਦੀ ਡਿਟੈਕਸ਼ਨ ਕਰਨੀ ਈਜ਼ੀ ਹੋ ਜਾਂਦੀ ਹੈ। ਸੋ ਉਹਦੀ ਐਪਲੀਕੇਸ਼ਨ ਕੀ ਹੈ, HIV ਅਗਰ ਕਿਸੇ ਨੂੰ ਪੇਸ਼ੈਂਟ ਨੂੰ ਏਡਸ ਦੀ ਡਿਜ਼ੀਜ਼ ਦਾ ਅਗਰ ਡਾਕਟਰ ਨੂੰ ਸ਼ੱਕ ਹੈ ਕਿ ਇਸ ਇਨਸਾਨ ਨੂੰ ਏਡਸ ਹੈ ਤਾਂ ਉਹਦਾ HIV ਹਿਊਮਨ ਇਮਿਊਨੋ ਵਾਇਰਸ ਦਾ ਟੈਸਟ ਕਰਾ ਲਿਆ ਜਾਂਦਾ ਹੈ। ਡਿਟੈਕਸ਼ਨ ਆਫ ਮਿਊਟੇਸ਼ਨਸ, ਅਗਰ ਕਿਸੇ ਨੂੰ ਲੱਗੇ ਕਿ ਸਪੋਜ਼ ਡਾਕਟਰ ਨੂੰ ਲੱਗੇ ਕਿ ਪੇਸ਼ੈਂਟ ਦੇ ਵਿੱਚ ਕੋਈ ਮਿਊਟੇਸ਼ਨਸ ਆਫ ਜੀਨਸ ਹੋ ਰਹੀਆਂ ਨੇ ਜਿਹੜੀਆਂ ਨਾਰਮਲੀ ਨਹੀਂ ਪਤਾ ਲੱਗਣਗੀਆਂ, ਕੈਂਸਰ ਪੇਸ਼ੈਂਟ ਹੋ ਸਕਦਾ ਤਾਂ ਉਹਦੀ ਡਿਟੈਕਸ਼ਨ ਕੀਤੀ ਜਾ ਸਕਦੀ ਹੈ। ਕੋਈ ਜੈਨੇਟਿਕ ਡਿਸਆਰਡਰ, ਕਿਸੇ ਬੱਚਾ ਹੈ ਫਿਟਸ ਹੈ, ਮਦਰ ਦੀ ਵੋਂਬ 'ਚ ਹੈ, ਹਜੇ ਜਨਮ ਨਹੀਂ ਲਿਆ, ਤਾਂ ਇਨ ਦ ਵੋਂਬ ਓਨਲੀ ਉਹਦੀ ਟੈਸਟਿੰਗ ਹੋ ਸਕਦੀ ਵਿਦ ਦਾ ਹੈਲਪ ਆਫ PCR। ਬਾਕੀ ਜੋ ਮੈਥਡੋਲੋਜੀ ਹੈ ਵੀ ਹੈਵ ਆਲਰੇਡੀ ਡਿਸਕਸਡ। ਇੱਥੇ ਅਸੀਂ ਜਿਹੜਾ ਟੈਕਨੀਕ ਡਿਸਕਸ ਕਰਨੀ ਅੱਜ ਦੈਟ ਇਜ਼ ELISA, ਐਨਜ਼ਾਈਮ ਲਿੰਕਡ ਇਮਿਊਨੋਸੋਰਬੈਂਟ ਐਸੇ। ਹੁਣ ਆਪਾਂ ELISA ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਕੀ ਮੈਥਡ ਹੈ ਜਾਂ ਕਿਵੇਂ ELISA ਦੀ ਟੈਸਟਿੰਗ ਕੀਤੀ ਜਾਂਦੀ ਹੈ। ਬੇਸਿਕਲੀ ਬੇਟਾ ਇਹ ਇੱਕ ਇਹਦਾ ਜਿਹੜਾ ਬੇਸਿਕ ਪ੍ਰਿੰਸੀਪਲ ਹੈ ELISA ਦਾ, ਇਹ ਹੈ ਕਿ ELISA ਦੇ ਵਿੱਚ ਇਹ ਇੱਕ ਮੈਥਡ ਹੈ ਜਿਹਦੇ ਨਾਲ ਅਸੀਂ ਫਾਈਂਡ ਆਊਟ ਕਰਦੇ ਹਾਂ ਐਂਟੀਜਨ ਐਂਟੀਬੋਡੀ ਇੰਟਰੈਕਸ਼ਨ। ਐਂਟੀਜਨ ਐਂਟੀਬੋਡੀ ਦੀ ਇੰਟਰੈਕਸ਼ਨ ਤੁਹਾਡੀ ਬੋਡੀ 'ਚ ਕਿੰਨੀ ਹੋਈ ਹੈ, ਅਸੀਂ ਉਸ ਚੀਜ਼ ਨੂੰ ਫਾਈਂਡ ਆਊਟ ਕਰਾਂਗੇ। ਫਸਟ ਆਫ ਆਲ ਰਿਮੈਂਬਰ ਦ ਫੁੱਲ ਫਾਰਮ ਆਫ ELISA, ਐਨਜ਼ਾਈਮ ਲਿੰਕਡ ਇਮਿਊਨੋਸੋਰਬੈਂਟ ਐਸੇ। ਕੀ ਫੁੱਲ ਫਾਰਮ ਹੈ? ਐਨਜ਼ਾਈਮ ਲਿੰਕਡ ਇਮਿਊਨੋਸੋਰਬੈਂਟ ਐਸੇ, ਰਾਈਟ। ਸੋ ਇਸ ਜਿਹੜੀ ਸਾਡੇ ਕੋਲ ਮੈਥਡੋਲੋਜੀ ਹੈ ਬੇਟਾ, ਇਹਦੇ ਵਿੱਚ ਮੇਨਲੀ ਕੀ ਹੈ, ਇਹ ਬਹੁਤ ਸਾਰੇ ਵਾਇਰਸਿਸ, ਫੰਗਲ, ਬੈਕਟੀਰੀਅਲ ਐਂਡ ਮਾਈਕੋਪਲਾਜ਼ਮਾ ਲਾਈਕ ਆਰਗੈਨਿਜ਼ਮ ਦੀਆਂ ਨਾਲ ਜਿਹੜੇ ਇਹ ਡਿਜ਼ੀਜ਼ਸ ਕਾਜ਼ ਕਰਦੇ ਨੇ ਉਹਨੂੰ ਫਾਈਂਡ ਆਊਟ ਕਰਨ ਦੇ ਵਿੱਚ ਇਹ ਸਾਡੀ ਹੈਲਪ ਕਰਦਾ। ਸੋ ਹੁਣ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ELISA ਦਾ ਪ੍ਰਿੰਸੀਪਲ ਕੀ ਹੈ, ਇਹ ਟੈਕਨੀਕ ਕੀ ਹੈ, ਇਹ ਟੈਕਨੀਕ ਕਿੰਨੇ ਦਿੱਤੀ, ਐਂਡ ਇਹਦੇ ਨਾਲ ਕਿਵੇਂ ਅਸੀਂ ਸਪੋਜ਼ ਮੈਂ ਇੱਕ ਐਗਜ਼ਾਮਪਲ ਲੈ ਕੇ HIV ਦੀ ਐਗਜ਼ਾਮਪਲ ਲਵਾਂ ਤਾਂ ਏਡਸ ਦਾ ਵਾਇਰਸ ਕਿਵੇਂ ਡਿਟੈਕਟ ਕੀਤਾ ਜਾ ਸਕਦਾ ਹੈ। ਸੋ ਬੇਟਾ ਆਪਾਂ ਕਰਨਾ ਕੀ ਹੈ, ਆਪਾਂ ਇੱਥੇ ELISA ਨੂੰ ਇਨ ਡਿਟੇਲ ਡਿਸਕਸ ਕਰਨ ਜਾ ਰਹੇ। ਵਾਟ ਇਜ਼ ਦਾ ਫੁੱਲ ਫਾਰਮ ਆਫ ELISA? ਮੈਂ ਆਲਰੇਡੀ ਕਰਾ ਚੁੱਕੀ ਹਾਂ, ਐਨਜ਼ਾਈਮ ਲਿੰਕਡ ਇਮਿਊਨੋਸੋਰਬੈਂਟ ਐਸੇ, ਰਾਈਟ। ਸੋ ELISA ਦੀ ਜਿਹੜੀ ਟੈਕਨੀਕ ਹੈ ਬੇਟਾ, ਉਹਦਾ ਬੇਸਿਕ ਜੋ ਸਾਡੇ ਕੋਲ ਪ੍ਰਿੰਸੀਪਲ ਹੈ, ਇਹਦਾ ਬੇਸਿਕ ਪ੍ਰਿੰਸੀਪਲ ਬੇਟਾ ਸਾਡੇ ਕੋਲ ਹੈ ਐਂਟੀਜਨ ਐਂਟੀਬੋਡੀ ਇੰਟਰੈਕਸ਼ਨ, ਰਾਈਟ। ਅਸੀਂ ਆਲਰੇਡੀ ਇਮਿਊਨੋਲੋਜੀ 'ਚ ਪੜ੍ਹ ਚੁੱਕੇ ਹਾਂ ਐਂਟੀਜਨ ਐਂਟੀਬੋਡੀ ਇੰਟਰੈਕਸ਼ਨ ਕੀ। ਐਂਟੀਜਨਸ ਆਰ ਦ ਫੋਰਨ ਬੋਡੀਜ਼ ਜਾਂ ਪਾਰਟੀਕਲਸ ਜਾਂ ਕੋਈ ਵੀ ਉਹਦਾ ਕੈਮੀਕਲ ਹੋ ਸਕਦਾ, ਬਾਇਓਕੈਮੀਕਲ ਹੋ ਸਕਦਾ ਹੈ ਕਿਸੇ ਵੀ ਪਰਟੀਕੂਲਰ ਆਰਗੈਨਿਜ਼ਮ ਦਾ, ਜਿਹੜਾ ਸਾਡੀ ਬੋਡੀ ਲਈ ਫੋਰਨ ਹੈ। ਉਹ ਜਦੋਂ ਸਾਡੀ ਬੋਡੀ 'ਚ ਐਂਟਰ ਕਰਦਾ ਹੈ, ਸਾਡੀ ਬੋਡੀ ਦੇ ਜਿਹੜੇ ਸੈਲਸ ਨੇ ਬੇਟਾ, B ਸੈੱਲ, T ਸੈੱਲ, ਤਾਂ ਉਹ ਜਿਹੜੇ ਸਾਡੀ ਬੋਡੀ ਨੂੰ ਡਿਫੈਂਸ ਪੈਦਾ ਕਰਦੇ ਸਾਡੀ ਬੋਡੀ ਲਈ, ਉਹ B ਸੈਲਸ ਜਿਹੜੇ ਨੇ ਉਹਨਾਂ ਵਿੱਚੋਂ ਐਂਟੀਬੋਡੀਜ਼ ਪੈਦਾ ਕਰਦੇ ਨੇ, ਤਾਂ ਐਂਟੀਬੋਡੀਜ਼ ਐਂਟੀਜਨ ਦੇ ਅਗੇਂਸਟ ਫਾਈਟ ਕਰਦੀਆਂ। ਸੋ ਐਂਟੀਜਨ ਐਂਟੀਬੋਡੀ ਇੰਟਰੈਕਸ਼ਨ ਹੀ ਇਸ ELISA ਟੈਕਨੀਕ ਦਾ ਪ੍ਰਿੰਸੀਪਲ ਹੈ, ਠੀਕ ਹੈ। ਤਾਂ ਬੇਟਾ 1971 ਦੇ ਵਿੱਚ ਟੂ ਗਰੁੱਪ ਆਫ ਸਾਇੰਟਿਸਟ, ਫਸਟ ਹੈ ਸਾਡੇ ਕੋਲ ਐਂਗਵੈਲ and Perlman, and second group of scientists ਜਿਨ੍ਹਾਂ ਦੇ ਮੇਨ ਸਾਇੰਟਿਸਟ ਸੀਗੇ Weeman and Schurz, ਠੀਕ ਹੈ। these were the main scientists, ਮਤਲਬ ਦੋ ਗਰੁੱਪ ਆਫ ਸਾਇੰਟਿਸਟ ਨੇ ਸੇਮ ਟਾਈਮ 'ਤੇ ਇਸ ਟੈਕਨੀਕ ਨੂੰ ਜਿਹੜਾ ਹੈ ਇਸ ਟੈਕਨੀਕ ਨੂੰ ਯੂਜ਼ ਕੀਤਾ ਜਾਂ ਇਸ ਟੈਕਨੀਕ ਨੂੰ ਬਣਾਇਆ, ਅਸੀਂ ਕਹਿ ਸਕਦੇ ਹਾਂ। ਇਸ ਟੈਕਨੀਕ ਨੂੰ ਪ੍ਰੈਕਟੀਕਲੀ ਜਿਹੜਾ ਹੈ ਉਹ ਡਿਵੈਲਪ ਕੀਤਾ ਕਿ ਕਿਵੇਂ ਇਹ ਟੈਕਨੀਕ ਚੱਲੇਗੀ ਐਂਡ ਹਾਊ ਐਂਟੀਜਨ ਐਂਟੀਬੋਡੀ ਇੰਟਰੈਕਸ਼ਨ ਜਿਹੜੀ ਹੈ ਇਹਦੇ ਅਕੋਰਡਿੰਗਲੀ ਫਾਈਂਡ ਆਊਟ ਕੀਤੀ ਜਾਏਗੀ, ਰਾਈਟ। ਸੋ ਦੀਸ ਵਰ ਦਾ ਟੂ ਗਰੁੱਪ ਆਫ ਸਾਇੰਟਿਸਟ ਜਿਨ੍ਹਾਂ ਨੇ ਆਲਮੋਸਟ ਸੇਮ ਟਾਈਮ ਦੇ ਉੱਤੇ ਇਸ ਟੈਕਨੀਕ 'ਤੇ ਕੰਮ ਕੀਤਾ। ਬੇਟਾ ਕੀਤਾ ਕੀ ਜਾਂਦਾ ELISA ਟੈਕਨੀਕ ਦੇ ਵਿੱਚ? ELISA ਦੇ ਵਿੱਚ ਮੈਂ ਇੱਥੇ ਇੱਕ ਐਗਜ਼ਾਮਪਲ ਲੈ ਕੇ ਤੁਹਾਨੂੰ ਦੱਸਾਂਗੀ ਕਿ ਕਿਵੇਂ ਇਹ ਟੈਕਨੀਕ ਚਲਾਉਂਦੀ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਦੱਸਦਾ, ELISA ਦੇ ਵਿੱਚ ਬੇਟਾ ਸਾਡੇ ਕੋਲ ਇੱਕ ਪਲੇਟ ਹੁੰਦੀ ਹੈ, ਇੱਕ ਟਰੇ ਹੁੰਦੀ ਹੈ ਕਹਿ ਲਓ, ਉਹਨੂੰ ਮਾਈਕਰੋ ਟਾਈਟਰ ਕੀ ਕਿਹਾ ਜਾਂਦਾ, ਇਹਨੂੰ ਮਾਈਕਰੋ ਟਾਈਟਰ ਪਲੇਟ। ਕਿਹੜੇ ਮਟੀਰੀਅਲ ਦੀ ਬੇਟਾ ਬਣੀ ਹੁੰਦੀ ਹੈ? ਇਟ ਇਜ਼ ਮੇਡ ਅਪ ਆਫ ਪੋਲੀਸਟਾਇਰੀਨ। ਪੋਲੀਸਟਾਇਰੀਨ ਇਜ਼ ਦਾ ਮਟੀਰੀਅਲ ਜਿਹਦੀ ਇਹ ट्रे बनी है, प्लेट बनी है। और यह जी बेटा माइक्रोटाइटर प्लेट है ना,
ਇਹਦੇ ਵਿੱਚ ਛੋਟੇ ਛੋਟੇ ਵੈਲਸ ਹੁੰਦੇ ਨੇ। ਵੈਲਸ ਮੀਨਸ ਜਿਵੇਂ ਤੁਸੀਂ ਕਹਿ ਲਓ ਡਿਪਰੈਸ਼ਨਸ ਨੇ, ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਵੈਲਸ। ਅਤੇ ਅਸੀਂ ਇਹਦੇ ਵਿੱਚ ਕੋਈ ਨਾ ਕੋਈ ਚੀਜ਼ ਐਡ ਕਰ ਸਕਦੇ ਹਾਂ। ਦੀਜ਼ ਆਰ ਦਾ ਵੈਲਸ। ਸੋ ਮਾਈਕਰੋਟਾਈਟਰ ਪਲੇਟ ਦੇ ਵਿੱਚ ਐਲਾਈਜ਼ਾ ਜਿਹੜਾ ਹੈ ਉਹ ਪਰਫੋਰਮ ਕੀਤਾ ਜਾਂਦਾ ਹੈ। ਹੁਣ ਕਿਵੇਂ ਕਰਦੇ ਹਾਂ ਆਪਾਂ ਹੁਣੇ ਡਿਸਕਸ ਕਰਦੇ ਹਾਂ। ਪਹਿਲਾਂ ਆਪਾਂ ਇੱਕ ਛੋਟੀ ਜਿਹੀ ਚੀਜ਼ ਦੇਖੀ ਬੇਟਾ, ਜਿਹੜਾ ਸਾਡੇ ਕੋਲ ਸਪੋਜ਼ ਮੈਂ ਐਗਜ਼ਾਮਪਲ ਲੈ ਕੇ ਚੱਲਦੀ ਹਾਂ, ਠੀਕ ਹੈ, ਇੱਕ ਸਾਈਡ 'ਤੇ ਮੈਂ ਐਗਜ਼ਾਮਪਲ ਲੈਂਦੀ ਹਾਂ, ਸਪੋਜ਼ ਏਡਜ਼ ਦੀ। ਏਡਜ਼ ਦਾ ਜਿਹੜਾ ਵਾਇਰਸ ਹੈ HIV, ਠੀਕ ਹੈ ਬੇਟਾ। ਸੋ HIV ਵਾਇਰਸ ਦੇ ਕੇਸ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਹੈ, HIV ਦੇ ਕੇਸ ਦੇ ਵਿੱਚ ਸਪੋਜ਼ ਦਿਸ ਇਜ਼ ਦਾ ਆਊਟਰ ਮੈਂਬਰੇਨ, ਠੀਕ ਹੈ, ਐਂਡ ਇਹਦੇ ਅੰਦਰ RNA ਹੈ, ਇਹਦਾ ਜੈਨੇਟਿਕ ਮਟੀਰੀਅਲ ਹੈ, ਤੁਹਾਨੂੰ ਪਤਾ ਹੀ ਹੈ। ਐਂਡ ਨਾਲ ਹੀ ਇੱਥੇ ਮੈਂ ਡਰਾ ਕਰ ਰਹੀ ਹਾਂ ਇੱਕ ਐਂਜ਼ਾਈਮ ਰਿਵਰਸ ਟਰਾਂਸਕ੍ਰਿਪਟੇਜ਼। ਯੂ ਆਲ ਨੋ ਦੈਟ ਰਿਵਰਸ ਟਰਾਂਸਕ੍ਰਿਪਟੇਜ਼ ਕੀ ਕਰਦੀ ਹੈ, ਇਹ RNA ਤੋਂ DNA ਬਣਾਉਂਦੀ ਹੈ, ਠੀਕ ਹੈ। ਸੋ ਦਿਸ ਇਜ਼ ਦਾ ਜੈਨੇਟਿਕ ਮਟੀਰੀਅਲ ਆਫ ਦਿਸ ਵਾਇਰਸ HIV। ਇਹ ਇੱਕ ਟਾਈਪ ਦਾ ਰੈਟਰੋ ਵਾਇਰਸ ਹੈ, ਅਸੀਂ ਇਹ ਵੀ ਪੜ੍ਹ ਚੁੱਕੇ ਹਾਂ, ਠੀਕ ਹੈ ਜੀ। ਸੋ ਇਟ ਇਜ਼ ਦਾ ਰੈਟਰੋ ਵਾਇਰਸ, ਇਹਦੀ ਟਾਈਪ ਹੈ ਰੈਟਰੋ ਵਾਇਰਸ ਹੈ, RNA ਹੈ, ਰਿਵਰਸ ਟਰਾਂਸਕ੍ਰਿਪਟੇਜ਼ ਐਂਜ਼ਾਈਮ ਹੈ, ਠੀਕ ਹੈ। ਦਿਸ ਇਜ਼ ਦਾ ਸਟਰਕਚਰ ਆਫ HIV। ਇਹਦੇ ਬਾਹਰ ਬੇਟਾ ਇੱਕ ਹੋਰ ਕਵਰਿੰਗ ਹੁੰਦੀ ਹੈ, ਧਿਆਨ ਨਾਲ ਇਹ ਵਾਲੀ ਗੱਲ ਅੰਡਰਸਟੈਂਡ ਕਰਨ ਵਾਲੀ ਹੈ, ਜਿਹੜੀ ਕਿ ਵਿਚ ਇਜ਼ ਮੇਡ ਅਪ ਆਫ glycoprotein, which is made up of glycoprotein, right? So this is glycoprotein. What is I'm drawing here is glycoprotein, right? ठीक है, मैं रफ एक ड्रॉ करता। these are the glycoproteins. So बेटा ਜਿਹੜੇ glycoproteins ਨੇ ਇਹ ਹੈਗੇ ਆ glycoproteins, ਮੈਂ ਇੱਥੇ ਲਿਖ ਦਿੰਨੀ ਆ specific ਜਿਹੜੀ ਇਹਦੀ type ਉਹ GP120 glycoproteins are present on the outer surface of the this HIV virus, ਰਾਈਟ ਬੇਟਾ। ਹੁਣ ਇੱਥੇ ਜਿਹੜੀ ਗੱਲ ਇੰਪੋਰਟੈਂਟ ਸਮਝਣ ਵਾਲੀ ਹੈ ਕਿ ਜੇ ਇਹ ਵਾਇਰਸ ਕਿਸੇ ਦੀ ਬੋਡੀ ਦੇ ਅੰਦਰ ਐਂਟਰ ਕਰ ਜਾਵੇ ਤਾਂ ਸਾਡੀ ਬੋਡੀ ਇਹਦੇ ਅਗੇਂਸਟ ਕੀ ਬਣਾਏਗੀ, ਐਂਟੀਬੋਡੀਜ਼। ਦਿਸ ਇਜ਼ ਦਾ ਐਂਟੀਜਨ, ਗਲਾਈਕੋਪ੍ਰੋਟੀਨ 120 ਇਜ਼ ਦਾ ਐਂਟੀਜਨ। ਇਹ ਅਗਰ ਸਾਡੀ ਬੋਡੀ 'ਚ ਐਂਟਰ ਕਰ ਜਾਵੇ ਤਾਂ ਸਾਡੀ ਬੋਡੀ ਇਹਦੇ ਅਗੇਂਸਟ ਐਂਟੀਬੋਡੀ ਬਣਾਏਗੀ। ਬਟ ਐਂਟੀਬੋਡੀਜ਼ ਇੰਨੇ ਈਜ਼ੀਲੀ ਨਹੀਂ ਬਣਦੀਆਂ। ਸਾਡੀ ਬੋਡੀ ਇਸ GP120 ਦੇ ਅਗੇਂਸਟ ਐਂਟੀਬੋਡੀ ਜਲਦੀ ਨਹੀਂ ਬਣਾਉਂਦੀ। ਵਾਈ? ਕਿਉਂਕਿ ਇਹ ਜਿਹੜੇ GP120 ਨੇ ਬੇਟਾ ਇਹ ਮਾਸਕਡ ਹੋਏ ਮਾਸਕ ਮੀਨਸ ਇਹਦੇ ਉੱਤੇ ਕਵਰਿੰਗ ਚੜੀ ਹੋਈ ਹੈ, ਠੀਕ ਹੈ। ਹੁਣ ਜੇ ਇਹ ਮਾਸਕ ਨੇ ਤੇ ਇਹਦਾ ਮਤਲਬ, ਔਰ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ ਕਿ ਜਿਹੜੀ GP120 ਹੈ ਜਿਹਦੀ ਐਂਟੀਜੈਨਿਕ ਪ੍ਰੋਪਰਟੀ ਸੀ, ਜਿਹਦੇ ਅਗੇਂਸਟ ਐਂਟੀਬੋਡੀ ਪੈਦਾ ਹੋਣੇ ਸੀ, ਪਰ ਜਿਹੜੀ ਇਹਦੇ ਉੱਤੇ ਕਵਰਿੰਗ ਚੜੀ ਹੋਈ ਹੈ, ਮਾਸਕ ਚੜਿਆ ਹੋਇਆ, ਇਹ ਨੋਨ ਐਂਟੀਜੈਨਿਕ ਹੈ। ਮੀਨ ਸਾਡੀ ਬੋਡੀ ਇਹਦੇ ਅਗੇਂਸਟ ਐਂਟੀਬੋਡੀ ਪੈਦਾ ਨਹੀਂ ਕਰਦੀ। ਆ ਗਈ ਨਾ ਪ੍ਰੋਬਲਮ ਕਿ ਹਰ ਟਾਈਮ ਸਾਡੀ ਬੋਡੀ ਇਹਦੇ ਅਗੇਂਸਟ ਐਂਟੀਬੋਡੀ ਪੈਦਾ ਨਹੀਂ ਕਰੇਗੀ। ਕਲੀਅਰ ਹੋ ਗਿਆ? ਇਹਦਾ ਮਤਲਬ ਸਾਡੀ ਬੋਡੀ ਦੇ ਜਿਹੜੇ ਲਿੰਫੋਸਾਈਟਸ ਨੇ ਉਹ ਇਸ ਜਿਹੜੇ ਐਂਟੀਜਨਸ ਨੇ ਇਹਨਾਂ ਨੂੰ ਜਲਦੀ ਨਹੀਂ ਪਹਿਚਾਨ ਪਾਉਂਦੇ, ਠੀਕ ਹੈ। ਚਲੋ ਇਹ ਮਾਸਕ, ਫਿਰ ਤੁਸੀਂ ਸੋਚੋਗੇ ਮਾਸਕ ਕਦੋਂ ਹਟੇਗਾ? ਇਹ ਮਾਸਕ ਉਦੋਂ ਹਟੇਗਾ ਜਦੋਂ ਆਪ ਇਹ ਵਾਇਰਸ ਚਾਹੇਗਾ ਆਪਣਾ RNA ਇਨਟੂ ਦਾ ਲਿੰਫੋਸਾਈਟ ਇੰਜੈਕਟ ਕਰਨਾ, ਠੀਕ ਹੈ। ਚਲੋ ਦੇਖਦੇ ਹਾਂ। ਸਪੋਜ਼ ਦਿਸ ਇਜ਼ ਦਾ ਲਿੰਫੋਸਾਈਟ, ਔਰ ਹੁਣ ਵਾਇਰਸ ਆਪ ਚਾਹੁੰਦਾ ਹੈ ਕਿ ਉਹ ਆਪਣਾ RNA ਇਹਦੇ ਵਿੱਚ ਇਨਸਰਟ ਕਰਾ ਦੇਵੇ, ਠੀਕ ਹੈ ਜੀ। ਤਾਂ ਹੁੰਦਾ ਕੀ ਹੈ, ਜਿਹੜੇ ਸਪੋਜ਼ ਦਿਸ ਇਜ਼ ਲਿੰਫੋਸਾਈਟ, ਇਹਦੀ ਸਪੈਸੀਫਿਕ ਮੈਂ ਲੈ ਲੈਣੀ ਹੈਲਪਰ T ਸੈਲਸ। ਤਾਂ ਬੇਟਾ ਕੀ ਹੁੰਦਾ, ਲਿੰਫੋਸਾਈਟਸ ਦੀਆਂ ਟਾਈਪ ਹੁੰਦੀਆਂ ਨਾ, B ਸੈੱਲ, T ਸੈੱਲ। ਸੋ T ਸੈੱਲ ਦੀਆਂ ਵੀ ਫਰਦਰ ਟਾਈਪਸ ਹੁੰਦੇ, ਅਸੀਂ ਇਮਿਊਨੋਲੋਜੀ 'ਚ ਪੜ੍ਹ ਚੁੱਕੇ ਹਾਂ। ਸੋ ਬੇਟਾ ਜਿਹੜਾ ਹੈਲਪਰ T ਸੈੱਲ ਹੈ ਇਹਦੇ ਈਵਨ ਸਰਫੇਸ ਦੇ ਬਾਹਰ ਵੀ, ਸੋ ਹੈਲਪਰ ਸੈੱਲ ਦੇ ਆਊਟਰ ਸਰਫੇਸ 'ਤੇ ਵੀ ਕੁਝ ਪ੍ਰੋਟੀਨਸ ਹੁੰਦੇ ਨੇ ਬੇਟਾ, ਜਿਨ੍ਹਾਂ ਨੂੰ ਕਿਹਾ ਜਾਂਦਾ CD4, ਠੀਕ ਹੈ। ਹੁਣ ਇਹ ਵਾਲੇ ਜਦੋਂ ਵਾਇਰਸ ਚਾਹੇਗਾ ਕਿ ਮੈਂ ਲਿੰਫੋਸਾਈਟ ਦੇ ਵਿੱਚ ਆਪਣਾ RNA ਇੰਜੈਕਟ ਕਰਾਂ ਬੇਟਾ, ਸਿਰਫ ਉਦੋਂ ਹੀ ਇਹ ਵਾਲਾ ਮਾਸਕ ਹਟ ਜਾਏਗਾ। ਸਿਰਫ ਉਦੋਂ ਹੀ ਇਹ ਵਾਲਾ ਮਾਸਕ ਹਟੇਗਾ। ਜਦੋਂ ਇਹ ਮਾਸਕ ਹਟ ਜਾਏਗਾ, RNA ਜਿਹੜਾ ਹੈ ਉਹ ਐਂਟਰ ਕਰੇਗਾ। ਕਿਹਦੇ ਵਿੱਚ ਐਂਟਰ ਕਰੇਗਾ? ਇਨਟੂ ਦ ਲਿੰਫੋਸਾਈਟ। RNA ਕਦੋਂ ਐਂਟਰ ਕਰ ਪਾਏਗਾ ਬੇਟਾ ਲਿੰਫੋਸਾਈਟ ਦੇ ਵਿੱਚ? ਸਿਰਫ ਉਦੋਂ ਕਰ ਪਾਏਗਾ ਜਦੋਂ ਆਪ HIV ਚਾਹੇਗਾ ਕਿ ਮੈਂ ਇਹਦੇ ਅੰਦਰ ਮਟੀਰੀਅਲ ਇੰਜੈਕਟ ਕਰਨਾ ਹੈ। ਦੈਨ ਓਨਲੀ ਦਿਸ ਮਾਸਕ ਵਿਲ ਬੀ ਰਿਮੂਵਡ ਬੇਟਾ, ਦੈਨ ਓਨਲੀ ਦਿਸ ਮਾਸਕ ਵਿਲ ਬੀ ਰਿਮੂਵਡ, ਰਾਈਟ, ਠੀਕ ਹੈ। ਮਾਸਕ ਰਿਮੂਵ ਹੋ ਗਿਆ। RNA HIV ਨੇ ਆਪਣਾ ਜਿਹੜਾ RNA ਹੈ ਉਹ ਲਿੰਫੋਸਾਈਟ ਦੇ ਅੰਦਰ ਇੰਜੈਕਟ ਕਰਾਤਾ।
बड़ी इंपॉर्टेंट इत्थे गल अंडरस्टैंड करन वाली कि ये मास्क सिर्फ फ्यू सैकेंड्स ਲਈ हटदा है, ठीक है जी। ਉਹ ਅਗਰ ਓਨੇ ਸਮੇਂ ਦੇ ਵਿੱਚ ਤੁਹਾਡੀ ਬੋਡੀ ਨੇ ਜਦੋਂ ਮਾਸਕ ਹਟਿਆ ਤੁਹਾਡੀ ਬੋਡੀ ਦੇ ਨੇ ਪਹਿਚਾਨ ਲਿਆ ਕਿ ਇਹ ਐਂਟੀਜੈਨਿਕ ਨੇ ਆ GP120 ਨੂੰ, ਤਾਂ ਤੁਹਾਡੀ ਬੋਡੀ ਉਹਦੇ ਅਗੇਂਸਟ ਐਂਟੀਬੋਡੀ ਬਣਾਏਗੀ। ਪਰ ਇਹ ਬਹੁਤ ਘੱਟ ਹੁੰਦਾ ਹੈ, ਇਸ ਚੀਜ਼ ਨੂੰ ਬਹੁਤ ਲੰਬਾ ਸਮੇਂ ਲੱਗ ਜਾਂਦਾ ਕਿਉਂਕਿ ਬੜੇ ਫਿਊ ਸੈਕਿੰਡ ਲਈ ਆਉਂਦਾ, ਫਟਾਫਟ ਫਿਰ ਤੋਂ ਮਾਸਕ ਹੋ ਜਾਂਦਾ, ਕਵਰ ਹੋ ਜਾਂਦਾ। ਕਲੀਅਰ ਹੋ ਗਿਆ? ਮੈਂ ਫਟਾਫਟ ਰਿਪੀਟ ਕਰਦੀ ਹਾਂ। ਦਿਸ ਇਜ਼ HIV ਵਾਇਰਸ। ਇਹਦੇ ਬਾਹਰ ਦੀਜ਼ ਆਰ ਦਾ ਗਲਾਈਕੋਪ੍ਰੋਟੀਨਸ GP120। GP120 ਐਂਟੀਜੈਨਿਕ ਹੈ, ਤੁਹਾਡੀ ਬੋਡੀ ਇਹਨੂੰ ਪਹਿਚਾਣ ਸਕਦੀ ਹੈ ਅਤੇ ਤੁਹਾਡੀ ਬੋਡੀ ਇਹਦੇ ਅਗੇਂਸਟ ਐਂਟੀਬੋਡੀ ਪੈਦਾ ਕਰ ਸਕਦੀ ਹੈ। ਬਟ ਮੋਸਟ ਆਫ ਦਾ ਟਾਈਮ ਜਿਹੜਾ ਇਹ GP120 ਇਹਦੇ ਬਾਹਰ ਮਾਸਕ ਪਾਇਆ ਹੁੰਦਾ, ਮਾਸਕ ਚੜਿਆ ਹੁੰਦਾ ਔਰ ਇਹ ਮਾਸਕ ਨੋਨ ਐਂਟੀਜੈਨਿਕ ਹੈ, ਇਸ ਕਰਕੇ ਤੁਹਾਡੀ ਬੋਡੀ ਇਹਨੂੰ ਰੈਕੋਗਨਾਈਜ਼ ਨਹੀਂ ਕਰ ਪਾਉਂਦੀ। ਮਾਸਕ ਸਿਰਫ ਉਦੋਂ ਹਟਦਾ ਜਦੋਂ HIV ਖੁਦ ਚਾਹੇ ਆਪਣਾ RNA ਇੰਜੈਕਟ ਕਰਨਾ ਇਨਟੂ ਦਾ ਲਿੰਫੋਸਾਈਟ ਹੈਲਪਰ T ਸੈਲਸ। ਸੋ ਜਦੋਂ ਇਹ ਮਾਸਕ ਹਟਦਾ ਤਾਂ RNA ਜਿਹੜਾ ਇਹ ਲਿੰਫੋਸਾਈਟ ਹੈ ਇਹਦੇ ਬਾਹਰ ਵੀ ਕੁਝ ਪ੍ਰੋਟੀਨ ਨੇ CD4, ਉਹਦੇ ਰਾਹੀਂ RNA ਜਿਹੜਾ ਹੈ ਲਿੰਫੋਸਾਈਟ ਦੇ ਅੰਦਰ ਐਂਟਰ ਕਰਦਾ। ਸਿਰਫ ਕੁਝ ਸੈਕਿੰਡ ਲਈ ਇਹ ਪ੍ਰੋਸੈਸ ਚੱਲਦਾ। ਦਿਸ ਮਾਸਕ ਵਿਲ ਬੀ ਰਿਮੂਵਡ। ਅਗਰ ਇਹ ਮਾਸਕ ਰਿਮੂਵ ਹੋ ਜਾਂਦਾ ਤੁਹਾਡੀ ਬੋਡੀ ਉਸ ਉਹਨੇ ਥੋੜ੍ਹੇ ਸੈਕਿੰਡਸ ਦੇ ਵਿੱਚ ਇਹਨੂੰ ਰੈਕੋਗਨਾਈਜ਼ ਕਰਦੀ ਹੈ GP120 ਨੂੰ, ਤਾਂ ਉਹਦੇ ਅਗੇਂਸਟ ਕੀ ਬਣਾਉਂਦੀ ਹੈ? ਐਂਟੀਬੋਡੀ। ਇਹਦਾ ਮਤਲਬ ਪੇਸ਼ੈਂਟ ਦੇ ਸੀਰਮ ਦੇ ਵਿੱਚ ਕੀ ਆ ਗਏ? ਐਂਟੀਬੋਡੀਜ਼। ਚਲੋ ਇਹ ਤਾਂ ਹੋ ਗਿਆ ਕਿ ਐਂਟੀਬੋਡੀ ਕਿੱਦਾਂ ਪੈਦਾ ਹੋਏ। ਜਿਹੜਾ ਸਾਡਾ ਮੇਨ ਇੱਥੇ ਕੰਮ ਹੈ ਉਹ ਕੀ ਹੈ ਕਿ ਟੈਸਟ ਕਿਵੇਂ ਕਰੀਏ ਇਲਾਈਜ਼ਾ ਦਾ। ਸੋ ਮੈਂ ਇਹਨਾਂ 'ਚੋਂ ਇੱਕ ਵੈਲ ਨੂੰ ਬੇਟਾ ਥੋੜ੍ਹਾ ਜਿਹਾ ਵੱਡਾ ਕਰਕੇ ਬਣਾਉਂਦੀ ਹਾਂ ਸੋ ਦੈਟ ਤੁਹਾਨੂੰ ਕੌਨਸੈਪਟ ਥੋੜ੍ਹਾ ਜ਼ਿਆਦਾ ਕਲੀਅਰ ਹੋ ਜੇ। ਹੁੰਦਾ ਕੀ ਹੈ ਬੇਟਾ, ਇਹ ਇੱਕ ਵੈਲ ਹੈ। ਇਸ ਵੈਲ ਦੇ ਵਿੱਚ ਬੇਟਾ ਮੈਂ ਕੀ ਕੀਤਾ, ਇਸ ਵੈਲ ਦੇ ਵਿੱਚ ਮੈਂ ਐਂਟੀਜਨਸ ਇਨਸਰਟ ਕਰਾਤੇ। ਸੋ ਦੀਜ਼ ਆਰ ਦਾ ਐਂਟੀਜਨਸ। ਕਿਹੜੇ ਐਂਟੀਜਨ? HIV ਦਾ ਐਂਟੀਜਨ ਕਿਹੜੇ ਆ ਭਲਾ? GP120। ਜਿਹੜੀ ਐਂਟੀਜੈਨਿਕ ਪ੍ਰੋਪਰਟੀ ਰੱਖਦੇ ਆ GP120। ਸੋ ਮੈਂ ਇਸ ਵੈਲ ਦੇ ਵਿੱਚ ਐਂਟੀਜਨਸ ਇਨਸਰਟ ਕਰਾਤੇ। ਐਂਟੀਜਨਸ ਇਹਦੇ ਵਿੱਚ ਕੀ ਹੋ ਜਾਂਦੇ ਨੇ ਬੇਟਾ? ਐਡਜ਼ੋਰਬਡ, ਨਾਟ ਐਬਜ਼ੋਰਬਡ। ਐਡਜ਼ੋਰਬਡ ਕੀ ਹੁੰਦਾ? ਉਹਦੇ ਸਰਫੇਸ ਦੇ ਉੱਤੇ ਸਟਿਕ ਕਰ ਜਾਂਦੇ, ਐਡਜ਼ੋਰਬ ਹੋ ਗਏ। ਠੀਕ ਹੈ ਜੀ, ਐਂਟੀਜਨ ਐਡਜ਼ੋਰਬ ਹੋ ਗਏ। ਮੈਨੂੰ 24 ਡਿਗਰੀ ਸੈਲਸੀਅਸ 'ਤੇ 30 ਮਿੰਟ ਲਈ ਛੱਡ ਦਿੱਤਾ, ਇਨਕਿਊਬੇਟ ਕਰ ਦਿੱਤਾ 24 ਡਿਗਰੀ ਸੈਲਸੀਅਸ 'ਤੇ 30 ਮਿੰਟਸ ਲਈ। ਓਕੇ, ਐਂਟੀਜਨ ਐਡਜ਼ੋਰਬ ਹੋ ਗਏ। ਬਾਕੀ ਜੋ ਵੀ ਮਟੀਰੀਅਲ ਹੋਏਗਾ ਅਸੀਂ ਉਹਨੂੰ ਗਿਰਾ ਦਾਂਗੇ, ਰਿਮੂਵ ਕਰ ਦਾਂਗੇ, ਥਰੋ ਕਰ ਦਾਂਗੇ। ਠੀਕ ਹੈ, ਕਿਉਂਕਿ ਐਂਟੀਜਨ ਤਾਂ ਐਡਜ਼ੋਰਬ ਹੋ ਚੁੱਕੇ, ਬਾਕੀ ਜੋ ਮਟੀਰੀਅਲ ਰਹੇਗਾ ਉਹਨੂੰ ਰਿਮੂਵ ਕਰ ਦਿਓ। ਸੈਕਿੰਡ ਸਟੈਪ, ਦਿਸ ਇਜ਼ ਦਾ ਬੇਟਾ ਫਸਟ ਸਟੈਪ। ਫਸਟ ਸਟੈਪ ਦੇ ਵਿੱਚ ਮੈਂ ਕੀ ਕੀਤਾ? ਐਂਟੀਜਨਸ ਨੂੰ ਐਡਜ਼ੋਰਬ ਕਰਾਤਾ। ਦਿਸ ਇਜ਼ ਦਾ ਫਸਟ ਸਟੈਪ। ਬੇਟਾ ਸੈਕਿੰਡ ਸਟੈਪ ਕੀ ਹੋਏਗਾ? ਸੈਕਿੰਡ ਸਟੈਪ ਦੇ ਵਿੱਚ ਮੈਂ ਪੇਸ਼ੈਂਟ ਦਾ ਸੀਰਮ ਨਿਕਾਲਾਂਗੀ, ਬਲੱਡ ਸੀਰਮ, ਜਿਹਦੇ ਵਿੱਚ ਐਂਟੀਬੋਡੀਜ਼ ਨੇ। ਜਿਹਦੇ ਵਿੱਚ ਕੀ ਨੇ? ਐਂਟੀਬੋਡੀਜ਼। ਉਹ ਸੀਰਮ ਨੂੰ ਮੈਂ ਇਹਦੇ ਵਿੱਚ ਐਡ ਕਰਾ ਦਾਂਗੀ। ਮੈਂ ਸੈਕਿੰਡ ਸਟੈਪ 'ਚ ਕੀ ਐਡ ਕਰਾਤਾ? ਸੀਰਮ ਆਫ ਦਾ ਪੇਸ਼ੈਂਟ। ਜਦੋਂ ਮੈਂ ਸੀਰਮ ਆਫ ਦਾ ਪੇਸ਼ੈਂਟ ਪਾਇਆ, ਹੁਣ ਸੀਰਮ ਆਫ ਦਾ ਪੇਸ਼ੈਂਟ ਦੇ ਵਿੱਚ ਐਂਟੀਬੋਡੀਜ਼ ਸੀਗੇ। ਐਂਟੀਬੋਡੀਜ਼ ਨੇ ਜਾ ਕੇ ਐਂਟੀਜਨ ਨਾਲ ਇੰਟਰੈਕਟ ਕੀਤਾ ਤੇ ਬੌਂਡ ਬਣਾ ਲਿਆ। ਸੋ ਕਿਹੜੀ ਇੰਟਰੈਕਸ਼ਨ ਹੋ ਗਈ? ਐਂਟੀਜਨ ਐਂਟੀਬੋਡੀ ਇੰਟਰੈਕਸ਼ਨ ਹੋ ਗਈ। ਠੀਕ ਹੈ, ਰੈਸਟ ਆਫ ਦਾ ਜੋ ਥਿੰਗ ਸੀ ਸੀਰਮ ਦਾ, ਬਾਕੀ ਜੋ ਪਾਰਟ ਉਹ ਮੈਂ ਫਿਰ ਥਰੂ ਕਰਤਾ। ਠੀਕ ਹੈ ਜੀ, ਸੋ ਇੱਥੇ ਐਂਟੀਜਨ ਐਂਟੀਬੋਡੀ ਇੰਟਰੈਕਸ਼ਨ ਹੋ ਗਈ। ਬੇਟਾ ਥਰਡ ਸਟੈਪ ਦੇ ਵਿੱਚ ਮੈਂ ਇੱਕ ਸਪੈਸੀਫਿਕ ਐਂਜ਼ਾਈਮ ਐਂਟਰ ਕੀਤੀ ਐਂਡ ਦਾ ਨੇਮ ਆਫ ਦਾ ਐਂਜ਼ਾਈਮ ਇਜ਼ ਐਲਕੇਲਾਈਨ ਫੋਸਫੇਟੇਜ਼। ਐਲਕੇਲਾਈਨ ਫੋਸਫੇਟੇਜ਼ ਐਂਜ਼ਾਈਮ ਜਿਹੜੀ ਹੈ ਉਹ ਜਾ ਕੇ ਉਹਦਾ ਕੰਮ ਕੀ? ਉਹ ਇਹਨਾਂ ਦੇ ਨਾਲ ਬਾਈਂਡ ਕਰ ਜਾਂਦੀ ਹੈ। ਮੈਂ ਕੀ ਐਡ ਕਰਤਾ? ਐਲਕਲਾਈਨ ਫੋਸਫੇਟੇਜ਼। ਉਹ ਐਂਜ਼ਾਈਮ ਜਿਹੜੀ ਐਲਕਲਾਈਨ ਫੋਸਫੇਟੇਜ਼ ਹੈ ਉਹ ਐਂਟੀਜਨ ਐਂਟੀਬੋਡੀ ਜਿਹੜੇ ਬੌਂਡ ਹੈ ਐਂਟੀਜਨ ਐਂਟੀਬੋਡੀ ਕੰਪਲੈਕਸ ਆ ਉਹਦੇ ਨਾਲ ਜਾ ਕੇ ਕੰਪਲੈਕਸ ਬਣਾ ਦੇਗੀ। ਠੀਕ ਹੈ, 3 ਸਟੈਪਸ ਹੋ ਗਏ ਔਰ ਐਟ ਐਵਰੀ ਸਟੈਪ ਅਸੀਂ ਕੀ ਕਰਨਾ ਹੈ? 24 ਡਿਗਰੀ ਸੈਲਸੀਅਸ ਤੇ 30 ਮਿੰਟਸ ਲਈ ਇਨਕਿਊਬੇਸ਼ਨ ਦੇਣੀ ਹੈ। ਠੀਕ ਹੈ, 24 ਡਿਗਰੀ ਸੈਲਸੀਅਸ ਤੇ 30 ਮਿੰਟਸ ਲਈ ਅਸੀਂ ਕੀ ਦੇਣੀ ਹੈ? ਇਨਕਿਊਬੇਸ਼ਨ ਰੱਖਣਾ ਉਹਨੂੰ। ਫਿਰ ਜੋ ਰੈਸਟ ਆਫ ਦਾ ਮਟੀਰੀਅਲ ਸੀ ਉਹਨੂੰ ਥਰੋ ਕਰ ਦਿਓ। ਹੁਣ ਇਸ ਮਾਈਕਰੋਟਾਈਟਰ ਪਲੇਟ ਦੀ ਵੈਲ ਦੇ ਅੰਦਰ ਐਂਟੀਜਨਸ ਹੈ ਜਿਹੜੇ ਅਸੀਂ ਆਪ ਪਾਏ ਸੀਗੇ ਬਾਹਰੋਂ ਵਾਇਰਸ ਦੇ GP120। ਫਿਰ ਬਲੱਡ ਦਾ ਸੀਰਮ ਪਾਇਆ ਪੇਸ਼ੈਂਟ ਦਾ ਜਿਹਦੇ ਬੋਡੀ 'ਚ ਐਂਟੀਬੋਡੀ ਬਣੇ ਨੇ। ਉਹ ਐਂਟੀਬੋਡੀ ਨੇ ਐਂਟੀਜਨ ਨਾਲ ਇੰਟਰੈਕਟ ਕਰ ਲਿਆ। ਫਿਰ ਅਸੀਂ ਇੱਕ ਐਂਜ਼ਾਈਮ ਪਾਤੀ ਐਲਕਲਾਈਨ ਫੋਸਫੇਟੇਜ਼ ਜਿਹਨੇ ਉਹਦੇ ਨਾਲ ਕੰਪਲੈਕਸ ਬਣਾ ਲਿਆ। ਬੇਟਾ ਇਹ ਜਿਹੜੀ 3 ਚੀਜ਼ਾਂ ਕੰਪਲੈਕਸ ਬਣ ਗਈਆਂ ਨਾ, ਐਂਟੀਜਨ ਪਲੱਸ ਐਂਟੀਬੋਡੀ ਪਲੱਸ ਦਿਸ ਐਂਜ਼ਾਈਮ ਐਲਕਲਾਈਨ ਫੋਸਫੇਟੇਜ਼, ਇਹ ਇੱਕ ਬੇਟਾ ਡਿਵਾਈਸ ਹੁੰਦਾ ਸਪੈਕਟ੍ਰੋਫੋਟੋਮੀਟਰ, ਉਹਦੇ 'ਚ ਕਲਰ ਸ਼ੋ ਕਰਦੀਆਂ, ਇੱਕ ਕਲਰਡ ਕੰਪਲੈਕਸ ਬਣ ਜਾਂਦਾ ਹੈ।
ਠੀਕ ਹੈ। ਇਹ ਕਲਰਡ ਕੰਪਲੈਕਸ ਸਾਨੂੰ ਇੱਦਾਂ ਤਾਂ ਨਹੀਂ ਦਿਖਦਾ ਬੇਟਾ, ਬਟ ਕਿਹਦੇ ਵਿੱਚ ਦਿਖਦਾ? ਇੱਕ ਡਿਵਾਈਸ ਹੁੰਦਾ ਸਪੈਕਟ੍ਰੋਫੋਟੋਮੀਟਰ, ਅਤੇ ਜੇ ਤਾਂ ਕਲਰ ਦਿਖ ਗਿਆ ਇਹਦਾ ਮਤਲਬ ਐਂਟੀਜਨ ਐਂਟੀਬੋਡੀ ਇੰਟਰੈਕਸ਼ਨ ਹੋਈ ਸੀ। ਜੇ ਕਲਰ ਨਾ ਦਿਖਿਆ ਦੈਟ ਮੀਨਸ ਐਂਟੀਜਨ ਐਂਟੀਬੋਡੀ ਇੰਟਰੈਕਸ਼ਨ ਨਹੀਂ ਹੋਈ। ਤਾਂ ਜੇ ਕਲਰ ਦਿਖ ਗਿਆ ਦੈਟ ਮੀਨਸ ਡਾਕਟਰ ਨੂੰ ਜਾਂ ਜਿਹੜਾ ਟੈਸਟ ਕਰ ਰਿਹਾ ਉਹਨੂੰ ਸ਼ੋਰ ਹੋ ਗਿਆ ਕਿ ਉਸ ਬੰਦੇ ਦੀ ਬੋਡੀ ਦੇ ਵਿੱਚ ਕੀ ਬਣਿਆ, ਐਂਟੀਜਨ ਐਂਟੀਬੋਡੀ ਇੰਟਰੈਕਸ਼ਨ ਹੋ ਚੁੱਕੀ ਹੈ, ਮੀਨਸ ਐਂਟੀਬੋਡੀ ਬਣ ਚੁੱਕੇ ਨੇ। ਠੀਕ ਹੈ, ਸੋ ਉਹਦੇ ਨਾਲ ਕਨਫਰਮ ਹੋ ਜਾਂਦਾ ਕਿ ਬੰਦੇ ਨੂੰ ਏਡਜ਼ ਦੀ ਜਿਹੜੀ ਡਿਜ਼ੀਜ਼ ਹੈ, ਰਾਈਟ। ਸੋ ਬੇਟਾ ਕਈ ਵਾਰੀ ਡਾਕਟਰਸ ਨੇ ਇਸ ਚੀਜ਼ ਨੂੰ ਜਦੋਂ ਰੀਕਨਫਰਮ ਕਰਨਾ ਹੋਵੇ ਤਾਂ 2 3 4 5 ਹਫ਼ਤਿਆਂ ਬਾਅਦ ਉਹ ਦੁਬਾਰਾ ਟੈਸਟ ਕਰਾਉਣ ਨੂੰ ਕਹਿੰਦੇ ਆ। ਬਾਏ ਦੈਟ ਟਾਈਮ ਪੇਸ਼ੈਂਟ ਦੀ ਬੋਡੀ ਦੇ ਵਿੱਚ ਹੋਰ ਜ਼ਿਆਦਾ ਐਂਟੀਬੋਡੀਜ਼ ਬਣ ਜਾਂਦੇ ਨੇ, ਅਤੇ ਜਦੋਂ ਹੋਰ ਐਂਟੀਬੋਡੀ ਬਣ ਜਾਂਦੇ ਨੇ ਦਿਸ ਟੈਸਟ ਵਿਲ ਬੀ ਮੋਰ ਕਲੀਅਰਰ। ਠੀਕ ਹੈ, ਕਲਰ ਜ਼ਿਆਦਾ ਕਲੀਅਰ ਆ ਜਾਂਦਾ ਤਾਂ ਜਿਹੜਾ ਦਿਸ ਏਡਜ਼ ਜਾਂ ਕੋਈ ਵੀ ਡਿਜ਼ੀਜ਼ ਜਿਹੜੀ ਆ ਉਹ ਕਨਫਰਮ ਹੋ ਜਾਂਦੀ ਹੈ। ਠੀਕ ਹੈ ਬੇਟਾ, ਸੋ ਐਲਾਈਜ਼ਾ ਨਾਲ ਨੋਟ ਓਨਲੀ ਏਡਜ਼, ਕਈ ਹੋਰ ਤਰ੍ਹਾਂ ਦੇ ਡਿਸਆਰਡਰਸ, ਐਲਰਜਨਸ, ਹਾਰਮੋਨਸ ਨੂੰ ਫਾਈਂਡ ਆਊਟ ਕੀਤਾ ਜਾ ਸਕਦਾ ਹੈ। ਈਵਨ ਪ੍ਰੈਗਨੈਂਸੀ ਟੈਸਟ ਵੀ ਕੀਤਾ ਜਾ ਸਕਦਾ ਹੈ। HCG ਹਾਰਮੋਨ ਦਾ ਟੈਸਟ ਕਰਕੇ ਕਨਫਰਮ ਕੀਤਾ ਜਾ ਸਕਦਾ ਹੈ। ਹੈਪੇਟਾਈਟਸ ਵਰਗੀ ਡਿਜ਼ੀਜ਼, ਕਈ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ਸ, ਕਈ ਥਾਇਰੋਇਡ ਰਿਲੇਟਡ ਡਿਸਆਰਡਰਸ, ਐਲਰਜੈਂਸ, ਰੂਬੈਲਾ ਵਾਇਰਸ। ਸੋ ਇਹੋ ਜਿਹੇ ਕਈ ਡਿਜ਼ੀਜ਼ਸ, ਕਈ ਵਾਇਰਸਿਸ, ਕਈ ਪੈਥੋਜਨਸ ਨੂੰ ਇਸ ਟੈਸਟ ਨਾਲ ਫਾਈਂਡ ਆਊਟ ਕੀਤਾ ਜਾ ਸਕਦਾ ਹੈ। ਟੈਕਨੀਕ ਵਿਲ ਰਿਮੇਨ ਸੇਮ। ਸੋ ਦਿਸ ਵਾਜ਼ ਆਲ ਅਬਾਊਟ ELISA.